ਹਾਲੇਲੂਇਆ ਜੈ ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਗॉड ਬlesਸ ਯੂ Hallelujah. God bless you all, the brothers and sisters. ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਅੱਜ ਦੇ ਇਸ ਬਰਕਤ ਵਾਲੇ ਦਿਨ ਦੇ And ਵਾਸਤੇ we want to give thank you to the Lord for this blessed day. ਬਹੁਤ ਹੀ ਛੇਤੀ ਪੈਂਟੇਕੋਸਟ ਸੰਡੇ ਆ ਰਿਹਾ ਹੈਗਾ Very fast, the Pentecost Sunday is approaching. ਸੋ ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਕਿ ਸੰਡੇ ਨੂੰ ਆਪਾਂ ਇੰਜੋਏ ਕਰਾਂਗੇ ਤੇ ਮਨਾਵਾਂਗੇ ਬਰਥਡੇ ਪ੍ਰਭੂ ਯਿਸੂ ਮਸੀਹ ਦੇ ਚਰਚ ਦਾ ਜੀ ਹਾਂ And we want to thank God, and we are so happy and joyful that we are going to celebrate the beginning, the birthday of the Church of Lord Jesus. ਮੇਰੇ ਖਿਆਲ ਹੈ ਉਦੋਂ ਆਪਾਂ ਨੂੰ ਸ਼ਾਇਦ ਹੈਪੀ ਬਰਥਡੇ ਵੀ ਕਰਨਾ ਚਾਹੀਦਾ ਹੈਗਾ ਕਿਉਂਕਿ ਉਹ ਦਿਨ ਸੀਗਾ ਐਤਵਾਰ ਦਾ ਦਿਨ ਸੀਗਾ ਜਿਸ ਦਿਨ ਪੈਂਟੀਕੋਸਟ ਵਾਲਾ ਦਿਨ ਹੋਇਆ ਜਿਸ ਦਿਨ ਪਵਿੱਤਰ ਆਤਮਾ ਸਵਰਗ ਤੋਂ ਉਤਰਿਆ 120 ਲੋਕਾਂ ਦੇ ਉੱਤੇ ਤੇ ਸਾਰਿਆਂ ਦੇ ਉੱਤੇ ਪਵਿੱਤਰ ਆਤਮਾ ਡਿੱਗਿਆ ਤੇ ਉਹਨਾਂ ਦੀਆਂ ਰੂਹਾਂ ਨੇ ਨਵਾਂ ਜਨਮ ਪ੍ਰਾਪਤ ਕੀਤਾ ਤੇ ਉੱਥੋਂ ਪ੍ਰਭੂ ਯਿਸੂ ਮਸੀਹ ਦੇ ਚਰਚ ਦੀ ਸ਼ੁਰੂਆਤ ਹੋਈ ਜਨਮ ਹੋਇਆ And it's a Sunday day. That's the day of like a birthday of the Church of Lord Jesus, and that's the day when the Holy Spirit came from up there, and it came upon the 120 people that they were waiting there, and they received that blessing from the Holy Spirit, and new beginning happened that day of the Church of the Lord Jesus Christ. ਪ੍ਰਭੂ ਯਿਸੂ ਮਸੀਹ ਜੀ ਨੇ ਆਪਣੀ ਮਿਨਿਸਟਰੀ ਉਦੋਂ ਸ਼ੁਰੂ ਕੀਤੀ ਜਦੋਂ ਪਵਿੱਤਰ ਆਤਮਾ ਦਾ ਆਣਾ ਹੋਇਆ ਉਹਨਾਂ ਦੇ ਉੱਤੇ ਜਦੋਂ ਪਾਣੀ ਦਾ ਬੈਪਟਿਜ਼ਮ ਉਹਨਾਂ ਨੇ ਲਿਆ ਉਦੋਂ ਪਵਿੱਤਰ ਆਤਮਾ ਇੱਕ ਕਬੂਤਰ ਦੇ ਮਾਨਿੰਗ ਉਹਨਾਂ ਦੇ ਉੱਤੇ ਉਤਰਿਆ ਤੇ ਪਵਿੱਤਰ ਆਤਮਾ ਨਾਲ ਭਰ ਗਏ ਤੇ ਫਿਰ ਉਹਨਾਂ ਨੇ ਆਪਣੀ ਮਿਨਿਸਟਰੀ ਸ਼ੁਰੂ ਕੀਤੀ ਸੇਵਾ ਸ਼ੁਰੂ ਕੀਤੀ ਜਿਹਦੇ ਵਿੱਚ ਬੜੇ ਬੜੇ ਚਮਤਕਾਰ ਦੇਖਣ ਨੂੰ ਮਿਲਦੇ ਨੇ And Lord Jesus started his ministry when he took the water baptism, and Holy Spirit in the form of dove came upon him, and that's when he started in ministry, and a big miracles took place then. ਪ੍ਰਭੂ ਯਿਸੂ ਮਸੀਹ ਨੇ 3.5 ਸਾਲ ਪ੍ਰਚਾਰ ਕੀਤਾ ਤੇ ਉਹਨਾਂ ਦੇ ਪ੍ਰਚਾਰ ਦੇ ਡਿਊਰਿੰਗ ਉਹਨਾਂ ਨੇ ਕਿੰਨੀ ਵਾਰ ਪਵਿੱਤਰ ਆਤਮਾ ਦੀ ਗੱਲ ਕੀਤੀ ਕਿ ਮੈਂ ਤੁਹਾਨੂੰ ਪਵਿੱਤਰ ਆਤਮਾ ਭੇਜਾਂਗਾ ਤੁਸੀਂ ਪਵਿੱਤਰ ਆਤਮਾ ਨੂੰ ਲੈਣ ਵਾਸਤੇ ਸਵੀਕਾਰ ਕਰਨ ਵਾਸਤੇ ਆਪਣੇ ਦਿਲਾਂ ਨੂੰ ਤਿਆਰ ਕਰੋ ਉਹ ਤੁਹਾਨੂੰ ਗਾਈਡ ਕਰੂਗਾ ਉਹ ਤੁਹਾਨੂੰ ਲੀਡ ਕਰੂਗਾ ਉਹ ਤੁਹਾਨੂੰ ਅਨੋਇੰਟ ਕਰੂਗਾ ਉਹ ਤੁਹਾਨੂੰ ਸਿਖਾਵੇਗਾ ਉਹ ਤੁਹਾਨੂੰ ਬੋਲੇਗਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ And Lord Jesus had his ministry for 3.5 years. He preached for 3.5 years, and during his ministry time, he mentioned the Holy Spirit so many times. He said, yes, be prepared, get your hearts ready for the Holy Spirit, be ready to receive the Holy Spirit. The Holy Spirit will come and do so many things through you, with you. So all those things Lord Jesus said in the 3.5 years. ਪ੍ਰਭੂ ਦੇ ਭੈਣੋ ਪਵਿੱਤਰ ਆਤਮਾ ਜਦੋਂ ਪੁਰਾਣੇ ਨੇਮ ਦੇ ਵਿੱਚ ਆਂਦਾ ਸੀਗਾ ਉਹ ਸਿਰਫ ਕੁਝ ਸਮੇਂ ਲਈ ਆਂਦਾ ਸੀ ਤੇ ਆ ਕੇ ਜਿਸ ਉੱਤੇ ਆਂਦਾ ਸੀ ਉਹਨੂੰ ਅਨੋਇੰਟ ਕਰਕੇ ਵਾਪਸ ਚਲਾ ਜਾਂਦਾ ਸੀ And brothers and sisters, in the Old Testament we see when the Holy Spirit used to come for a very limited time, and used to anoint the person it is supposed to anoint, and used to anoint him, and then used to leave again. ਦਰਅਸਲ ਉਹ ਨਬੀ ਦੇ ਉੱਤੇ ਆਂਦਾ ਸੀ ਪ੍ਰੋਫਿਟ ਉੱਤੇ ਆਂਦਾ ਸੀ ਤੇ ਫਿਰ ਉਹ ਨਬੀ ਜਿਹੜਾ ਸੀਗਾ ਉਹ ਨਬੀ ਫਿਰ ਗਾਹਾਂ ਪੁਰੋਹਿਤ ਨੂੰ ਅਨੋਇੰਟ ਕਰਦਾ ਸੀ ਤੇ ਰਾਜੇ ਨੂੰ ਵੀ ਅਨੋਇੰਟ ਕਰਦਾ ਸੀ ਤੇ ਫਿਰ ਹੋਰ ਜਿਹੜੇ ਸੇਵਾਦਾਰ ਹੁੰਦੇ ਸੀ ਉਹਨਾਂ ਨੂੰ ਵੀ ਅਨੋਇੰਟ ਕਰਦਾ ਸੀ ਜਾਂ ਚੀਜ਼ਾਂ ਨੂੰ ਵੀ ਅਨੋਇੰਟ ਕਰਦਾ ਸੀ ਫਿਰ ਉਹਨਾਂ ਉਸ ਅਨੋਇੰਟਿੰਗ ਦੇ ਨਾਲ ਉਹ ਪ੍ਰਭੂ ਦੀ ਸੇਵਾ ਕਰਦੇ ਸੀ And the Holy Spirit in the Old Testament used to come on a prophet. So when the prophet used to receive the Holy Spirit, then he used to anoint the other priest, and anoint the kings and the other people and even things. And then with that anointing, they used to go ahead and do Lord's service. ਲੇਕਿਨ ਨਵੇਂ ਨੇਮ ਦੇ ਵਿੱਚ ਪ੍ਰਭੂ ਦੇ ਭੈਣੋ ਪਵਿੱਤਰ ਆਤਮਾ ਇੱਕ ਸਮੇਂ ਲਈ ਨਹੀਂ ਆਂਦਾ ਬਲਕਿ ਪਵਿੱਤਰ ਆਤਮਾ ਪੈਂਟੇਕੋਸਟ ਵਾਲੇ ਦਿਨ ਇਸ ਧਰਤੀ ਤੇ ਆ ਗਿਆ ਆ ਉਹਦੇ ਚਰਚ ਉੱਤੇ ਆ ਗਿਆ ਆ ਬੋਡੀ ਆਫ ਕ੍ਰਾਈਸਟ ਉੱਤੇ ਆ ਗਿਆ ਆ ਉਹ ਵਾਪਿਸ ਨਹੀਂ ਗਿਆ ਬਲਕਿ ਬੋਡੀ ਆਫ ਕ੍ਰਾਈਸਟ ਉੱਤੇ ਆ ਹੁਣ ਉਹਨੇ ਚਰਚ ਨੂੰ ਅਨੋਇੰਟ ਕੀਤਾ ਹੋਇਆ ਆ ਜਿਨ੍ਹਾਂ ਨੇ ਪ੍ਰਭੂ ਯਿਸੂ ਵਿਸ਼ਵਾਸ ਕੀਤਾ ਨਇਆ ਜਨਮ ਲਿਆ ਉਹ ਮਸਾ ਕੀਤੇ ਗਏ ਨੇ ਪ੍ਰਭੂ ਦੀ ਸੇਵਾ ਦੇ ਵਾਸਤੇ And now in the New Testament, the Holy Spirit came on the day of the Pentecost, and it stayed on the church. It is on the body of Christ and anointed, and then now the church does the work accordingly because the Holy Spirit is in them and on them.
ਜੇ ਤੁਸੀਂ ਪ੍ਰਭੂ ਯਿਸੂ ਮਸੀਹ ਵਿਸ਼ਵਾਸ ਕਰਦੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ, ਤੁਸੀਂ ਬੌਰਨ ਅਗੇਨ ਵਿਸ਼ਵਾਸੀ ਹੋ ਤੇ ਤੁਹਾਡੀ ਰੂਹ ਨੇ ਨਵਾਂ ਜਨਮ ਪ੍ਰਾਪਤ ਕਰ ਲਿਆ ਆ ਤੇ ਤੁਹਾਡੀ ਰੂਹ ਦੇ ਵਿੱਚ ਪਵਿੱਤਰ ਆਤਮਾ ਬਸਦਾ ਆ ਪ੍ਰਭੂ ਤੇ ਭੈਣੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੁਰਾਣੇ ਨੇਮ ਦੇ ਵਿੱਚ ਕਿਸੇ ਨੇ ਵੀ ਨਵਾਂ ਜਨਮ ਪ੍ਰਾਪਤ ਨਹੀਂ ਕੀਤਾ ਸੀਗਾ। ਇਹ ਬਰਕਤ ਸਿਰਫ ਪੈਂਟੇਕੋਸਟ ਵਾਲੇ ਦਿਨ ਹੀ ਸ਼ੁਰੂ ਹੋਈ ਵਿਸ਼ਵਾਸੀਆਂ ਦੇ ਉੱਤੇ। And if you are a believer, you have accepted Lord Jesus as your Savior, I want to tell you that the Holy Spirit is in you. In the Old Testament, nobody had the Holy Spirit in them because they did not accept Lord Jesus as their Savior at that time. ਪ੍ਰਭੂ ਦੇ ਭੈਣੋ, ਪੁਰਾਣੇ ਨੇਮ ਦੇ ਵਿੱਚ ਜਾਂ ਨਵੇਂ ਨੇਮ ਦੇ ਵਿੱਚ ਇੱਕੋ ਹੀ ਤਰੀਕਾ ਆ ਪਰਮੇਸ਼ਰ ਦਾ ਮਸਾ ਪ੍ਰਾਪਤ ਕਰਨ ਵਾਸਤੇ, ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਕਰਨ ਵਾਸਤੇ, ਪਰਮੇਸ਼ਰ ਦੀ ਸ਼ਕਤੀ ਪ੍ਰਾਪਤ ਕਰਨ ਵਾਸਤੇ, ਪਰਮੇਸ਼ਰ ਦੇ ਗਿਫਟਿੰਗਸ ਪ੍ਰਾਪਤ ਕਰਨ ਵਾਸਤੇ। ਉਹ ਹੈ ਇੰਤਜ਼ਾਰ ਕਰਨਾ, ਵੇਟ ਕਰਨਾ, ਪ੍ਰਭੂ ਯਿਸੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਤੇ ਉਹਨੂੰ ਕਹਿਣਾ ਕਿ ਪ੍ਰਭੂ ਮੈਂ ਇੰਤਜ਼ਾਰ ਕਰ ਰਿਹਾ, ਮੈਂ ਵੇਟ ਕਰ ਰਿਹਾ, ਮੈਨੂੰ ਤੇਰੀ ਲੋੜ ਆ, ਮੈਨੂੰ ਤੇਰੀ ਉਡੀਕ ਆ, ਤੇ ਫਿਰ ਪਰਮੇਸ਼ਰ ਦੀ ਰੂਹ ਉਹਨਾਂ ਉੱਤੇ ਉਤਰਦਾ। And the brothers and sisters, to receive the power, the anointing, the gifts of the Holy Spirit, there's one way only: to sit and wait in the presence of the Lord, and wait, and then the Holy Spirit come, and you come sit there and say, Lord, I need you, send your Holy Spirit, bless me and anoint me. At that time you are ready to go out there and work for him. ਪੁਰਾਣੇ ਨੇਮ ਦੇ ਵਿੱਚ ਜਿਨ੍ਹਾਂ ਨੇ ਇੰਤਜ਼ਾਰ ਕੀਤਾ, ਜਿਨ੍ਹਾਂ ਨੇ ਵੇਟ ਕੀਤਾ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਉਡੀਕ ਕੀਤੀ, ਉਹਨਾਂ ਨੂੰ ਬਰਕਤ ਪ੍ਰਾਪਤ ਕੀਤੀ ਉਹਨਾਂ ਨੇ। ਉਸੇ ਤਰ੍ਹਾਂ ਨਵੇਂ ਨੇਮ ਦੇ ਵਿੱਚ ਵੀ ਬਰਕਤ ਪ੍ਰਾਪਤ ਹੋਈ। ਪੈਂਟੇਕੋਸਟ ਵਾਲੇ ਦਿਨ ਇਹ ਪ੍ਰਭੂ ਯਿਸੂ ਮਸੀਹ ਦੇ ਚੇਲੇ 10 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਤੇ ਵੇਟ ਕਰ ਰਹੇ ਸੀ ਪਰਮੇਸ਼ਰ ਦੇ ਪ੍ਰੋਮਿਸ ਦਾ, ਪਵਿੱਤਰ ਆਤਮਾ ਦੇ ਆਉਣ ਦਾ, ਤੇ ਪੈਂਟੇਕੋਸਟ ਵਾਲੇ ਸੰਡੇ ਉਹਨਾਂ ਉੱਤੇ ਪਵਿੱਤਰ ਆਤਮਾ ਉਤਰਿਆ। And in the Old Testament, they used to wait upon the Lord, and the same thing in the New Testament. They waited and they waited for 10 days, and the day of Pentecost, that Sunday, the Holy Spirit came upon them. ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਦਲ ਗਈ। And mightily their lives were changed. ਪਵਿੱਤਰ ਆਤਮਾ ਦੇ ਆਉਣ ਦੇ ਨਾਲ ਪ੍ਰਭੂ ਤੇ ਭੈਣੋ ਉਹ ਚਮਕਾਏ ਗਏ। And with the Holy Spirit's arrival, they were shining inside and out. ਕੋਈ ਜਿਹੜਾ ਉਹਨਾਂ ਨੂੰ ਦੇਖਦਾ ਸੀ ਜਾਂ ਉਹਨਾਂ ਨਾਲ ਗੱਲਬਾਤ ਕਰਦਾ ਸੀ, ਉਹਨਾਂ ਨੂੰ ਮਿਲਦਾ ਸੀ, ਉਹ ਹੈਰਾਨ ਰਹਿ ਜਾਂਦੇ ਸੀ ਤੇ ਉਹ ਕਹਿੰਦੇ ਸੀ, ਵਾਓ, ਇਹ ਤਾਂ ਬਿਲਕੁਲ ਪ੍ਰਭੂ ਯਿਸੂ ਮਸੀਹ ਵਾਂਗੂ ਹੀ ਬੋਲਦੇ ਨੇ ਤੇ ਗੱਲਬਾਤ ਕਰਦੇ ਨੇ ਤੇ ਤੁਰਨਾ ਫਿਰਨਾ ਇਹਨਾਂ ਦਾ ਯਿਸੂ ਮਸੀਹ ਵਾਂਗੂ ਹੀ ਹੋ ਗਿਆ। ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਉਹਨਾਂ ਤੇ ਪ੍ਰਭੂ ਪਰਮੇਸ਼ਵਰ ਦੀ ਹੀ ਰੂਹ ਉਤਰੀ ਸੀ। And whoever used to meet with them, they used to say, wow, these people are just like Jesus now. They walk, they talk like Jesus. They didn't know, they didn't realize that it's the Spirit of Lord Jesus Christ himself that came in those people at the time. 10 ਦਿਨਾਂ ਦੇ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਪਰਮੇਸ਼ਰ ਦੀ ਹਜ਼ੂਰੀ ਉਹਨਾਂ ਤੇ ਉਤਰੀ ਤੇ ਜੋ ਪਰਮੇਸ਼ਰ ਦੀ ਹਜ਼ੂਰੀ ਉਹਨਾਂ ਤੇ ਉਤਰੀ, ਵਚਨ ਕਹਿੰਦਾ ਕਿ ਉਹ ਪਰਮੇਸ਼ਰ ਦੀ ਹਜ਼ੂਰੀ ਨਾਲ ਭਰ ਗਏ ਤੇ ਭਰਨ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਵਿੱਚੋਂ ਦੂਸਰੀਆਂ ਬੋਲੀਆਂ ਨਿਕਲਣੀਆਂ ਸ਼ੁਰੂ ਹੋਈਆਂ। ਤੇ ਕਿਉਂਕਿ ਹੁਣ ਰੂਹ ਨੇ ਜਨਮ ਲੈ ਲਿਆ ਸੀ, ਹੁਣ ਜਦੋਂ ਕੋਈ ਬੇਬੀ ਦਾ ਜਨਮ ਹੁੰਦਾ ਹੈ ਤੇ ਬੇਬੀ ਰੋਂਦਾ ਹੈ ਨਾ, ਬੇਬੀ ਬੋਲਦਾ ਹੈ, ਪੁਕਾਰਦਾ ਆ। ਬਿਲਕੁਲ ਉਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਦਾ ਰੂਹ ਦਾ ਜਨਮ ਹੋਇਆ, ਉਦੋਂ ਉਸ ਰੂਹ ਨੇ ਬੋਲਣਾ ਸ਼ੁਰੂ ਕੀਤਾ ਦੂਸਰੀਆਂ ਬੋਲੀਆਂ ਦੇ ਵਿੱਚ ਤੇ ਆਪਣੇ ਪਿਤਾ ਪਰਮੇਸ਼ਰ ਨਾਲ ਕਮਿਊਨੀਕੇਟ ਕਰਨ ਦੇ ਵਾਸਤੇ। And for those 10 days they waited, and that's when the presence of the Lord came upon them. They were filled with the Holy Spirit and they started to speak in other tongues. It's just like a little baby. When the baby is born, then at that time the baby starts to make noises with its mouth. The same thing, because they were new birth was taken place at that time, they started to speak in different tongues and they were blessed. ਜਦੋਂ ਕੋਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਬਹਿੰਦਾ ਆ ਜਾਂ ਆਂਦਾ ਆ, ਜਿਸ ਉੱਤੇ ਪਰਮੇਸ਼ਰ ਦੀ ਹਜ਼ੂਰੀ ਡਿੱਗਦੀ ਆ, ਜਿਹੜਾ ਪ੍ਰਭੂ ਦੀ ਹਜ਼ੂਰੀ 'ਚ ਬਣਿਆ ਰਹਿੰਦਾ ਆ, ਜਿਹੜਾ ਲਗਾਤਾਰ ਆਪਣੇ ਆਪ ਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਭਰਦਾ ਰਹਿੰਦਾ ਆ, ਉਹਦੇ ਉੱਤੇ ਪਵਿੱਤਰ ਆਤਮਾ ਦਾ ਐਸਾ ਅਸਰ ਹੋ ਜਾਂਦਾ ਆ ਕਿ ਜਿਹੜਾ ਅਸਰ ਦੂਜਿਆਂ ਨੂੰ ਵੀ ਨਜ਼ਰ ਆਉਂਦਾ ਹੈ। And when the person waits in the presence of the Lord, waits in the Holy Spirit, sits in his presence and spend time in his presence, at that time the Holy Spirit puts such an impact on that person's life that the other people can actually see the difference. ਐਸਾ ਅਫੈਕਟ ਹੋ ਜਾਂਦਾ ਆ ਉਹਨਾਂ ਦੇ
ਉਹਨਾਂ ਦੇ ਤੁਰਨੇ ਫਿਰਨੇ ਦੇ ਵਿੱਚ, ਉਹਨਾਂ ਦੇ ਬੋਲਣੇ ਚਾਲਣੇ ਦੇ ਵਿੱਚ ਐਸਾ ਅਸਰ ਹੋ ਜਾਂਦਾ, ਐਸਾ ਇਫੈਕਟ ਹੋ ਜਾਂਦਾ ਪਵਿੱਤਰ ਆਤਮਾ ਦਾ ਕਿ ਸਾਰੀ ਦੁਨੀਆ ਨੂੰ ਨਜ਼ਰ And it's such an effect takes place in their lives of a Holy Spirit that the whole world can see it. How they sit, how they're standing, how they're talking. The Holy Spirit effect is upon them at the time. Everybody can see it. ਪਹਿਲੇ ਨੰਬਰ ਤੇ ਆਪਾਂ ਦੇਖਾਂਗੇ ਰੋਮਨਸ ਦੀ ਕਿਤਾਬ ਦੇ ਵਿੱਚੋਂ, ਰੋਮ ਦੀ ਕਿਤਾਬ ਦੇ ਵਿੱਚੋਂ ਚੈਪਟਰ 8ਵੇਂ ਦਾ 6ਵੇਂ ਤੇ 7ਵਾਂ ਵਰਸ ਦੇਖਾਂਗੇ, ਜਿਹਦੇ ਵਿੱਚ ਆਪਾਂ ਨੂੰ ਨਜ਼ਰ ਆਵੇਗਾ ਪਹਿਲੇ ਨੰਬਰ ਤੇ, ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਪਵਿੱਤਰ ਆਤਮਾ ਦਾ ਅਸਰ, ਇਫੈਕਟ ਬੰਦੇ ਉੱਤੇ ਹੁੰਦਾ ਆ, ਉਹ ਹੈ ਬੰਦੇ ਦੇ ਮਨ ਉੱਤੇ, ਯਾਨੀ ਕਿ ਉਹਦੇ ਮਾਈਂਡ ਉੱਤੇ, ਯਾਨੀ ਕਿ ਉਹਦੀਆਂ ਸੋਚਾਂ ਉੱਤੇ। And in Romans chapter 8 verse 6 and 10 we will see the first point that the effect of the Holy Spirit, the first thing, the effect happens on the mind, on the thoughts of the person. ਜਿਸ ਤਰ੍ਹਾਂ ਦੇ ਮਰਜ਼ੀ ਮਨ ਹੋਣ, ਪਹਿਲਾਂ ਪਵਿੱਤਰ ਆਤਮਾ ਦੇ ਛੂ ਦੇ ਨਾਲ ਉਹ ਮਨ ਬਦਲ No ਜਾਂਦੇ ਨੇ। matter what kind of thoughts or mind the person had before, with one touch of the Holy Spirit, the mind, the thoughts are changed. ਲਿਖਿਆ ਹੋਇਆ ਸੀਗਾ ਪੁਰਾਣੇ ਨੇਮ ਦੇ ਵਿੱਚ, ਮੈਂ ਤੁਹਾਨੂੰ ਮਸੀਹ ਦਾ ਮਨ ਦੇਵਾਂਗਾ, ਲੇਕਿਨ ਇਹ ਮਸੀਹ ਦਾ ਮਨ ਉਦੋਂ ਹੀ ਆਇਆ ਜਦੋਂ ਪਵਿੱਤਰ ਆਤਮਾ ਦਾ ਬੈਪਟਿਜ਼ਮਾ ਇਕਲੀਸੀਆ ਉੱਤੇ ਉਤਰਿਆ ਤੇ ਚੇਲਿਆਂ ਦੇ ਮਨ ਬਦਲ ਗਏ ਤੇ ਮਸੀਹ ਦਾ ਮਨ ਪਾਇਆ। And it said in the Bible that I will give you the mind of Christ, and the mind of Christ took place at that time when the Holy Spirit came. At the day of the Pentecost, the Holy Spirit came and the minds, the thoughts of the disciples were changed. ਹੁਣ ਉਹ ਕ੍ਰਾਈਸਟ ਮਾਈਂਡਡ ਹੋ ਗਏ। Now they're Christ minded. ਹੁਣ ਉਹ ਕ੍ਰਾਈਸਟ ਸੈਂਟਰਡ ਹੋ Now ਗਏ। they're Christ centered. ਉਹਨਾਂ ਦਾ ਧਿਆਨ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੇ ਲੱਗਿਆ ਸੀ। ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਸੋਚਣਾ, ਉਹਨਾਂ ਦਾ ਉੱਠਣਾ ਬੈਠਣਾ, ਤੁਰਨਾ ਫਿਰਨਾ, ਬੋਲਣਾ ਚਾਲਣਾ, ਸਾਰਾ ਕੁਝ ਕ੍ਰਾਈਸਟ ਮਾਈਂਡਡ ਹੋ ਗਿਆ, ਜਾਨੀ ਕਿ ਉਹ ਪ੍ਰਭੂ ਯਿਸੂ ਨੂੰ ਮੂਹਰੇ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਦੇ And ਸੀ। now their focus was fully on Lord Jesus. Their life, their way of talking, their walking, their behavior, everything. And that means that it changed. It was the Christ-minded everything. So now they were spending their life just to make the Lord happy. ਹੁਣ ਉਹਨਾਂ ਨੂੰ ਆਪਣੀ ਕੋਈ ਪਰਵਾਹ Now ਨਹੀਂ they ਸੀ। were not worrying about themselves at all. ਹੁਣ ਉਹਨਾਂ ਨੂੰ ਆਪਣੇ ਨਾਮ ਦੀ ਕੋਈ ਫਿਕਰ ਨਹੀਂ ਸੀ, ਮੇਰੇ ਨਾਮ ਦਾ ਕੀ They ਹੋਊਗਾ। weren't worried about their own name now anymore. ਹੁਣ ਉਹਨਾਂ ਨੂੰ ਆਪਣਾ ਸਟੈਚੂ ਜਿਹੜਾ ਸੀਗਾ, ਉਹਨਾਂ ਦਾ ਆਪਣੀ ਪ੍ਰੈਸਟੀਜ ਜਿਹੜੀ ਸੀਗੀ, ਉਹਦਾ ਕੋਈ ਫਿਕਰ ਨਹੀਂ ਸੀ। And they were not worried about their prestige, their status anymore. ਹੁਣ ਉਹਨਾਂ ਦਾ ਧਿਆਨ ਸਿਰਫ ਪ੍ਰਭੂ ਯਿਸੂ ਮਸੀਹ ਤੇ ਲੱਗਿਆ ਸੀ ਤੇ ਉਹ ਚਾਹੁੰਦੇ ਸੀ ਕਿਸ ਤਰ੍ਹਾਂ ਅਸੀਂ ਤੇ ਸਾਡਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਉੱਚਾ ਕਰ ਸਕੇ ਤੇ ਕਿਸ ਤਰ੍ਹਾਂ ਅਸੀਂ ਜਾਨਾਂ ਬਚਾ And now their ਸਕੀਏ। focus was fully on Lord Jesus, and their worry or the only worry was like how we can lift up Lord Jesus' name up and how we can save souls. ਪਹਿਲਾਂ ਉਹਨਾਂ ਦਾ ਕਾਰਨਲ ਮਾਈਂਡਡ ਸੀਗਾ, ਉਹਨਾਂ ਦਾ ਸੋਚਣਾ ਜਿਹੜਾ ਸੀ ਕਾਰਨਲ ਮਾਈਂਡਡ ਸੀਗਾ, ਯਾਨੀ ਕਿ ਸਰੀਰਿਕ ਕਾਮਨਾਵਾਂ 'ਚ ਜ਼ਿਆਦਾ ਜਾਂਦੇ ਸੀਗੇ। ਪਤਰਸ ਨੂੰ ਫਿਕਰ ਸੀਗਾ ਇਹਦੀ, ਤੇਰੇ ਸੱਜੇ ਕੌਣ ਬੈਠੇਗਾ, ਖੱਬੇ ਕੌਣ ਬੈਠੇਗਾ, ਵੀ ਉਹਨੇ ਆਹ ਕਿਉਂ ਕਿਹਾ, ਉਹਨੇ ਆਹ ਕਿਉਂ ਕੀਤਾ। ਇੱਦਾਂ ਦੀਆਂ ਛੋਟੀਆਂ ਚੀਜ਼ਾਂ ਦੇ ਵਿੱਚ, ਕੰਪਲੇਂਟਸ ਦੇ ਵਿੱਚ, ਚੁਗਲੀਆਂ ਦੇ ਵਿੱਚ, ਇੱਧਰ ਦੀਆਂ ਉੱਧਰ ਦੀਆਂ ਗੱਲਾਂ 'ਚ ਧਿਆਨ ਰੱਖਦੇ ਸੀਗੇ। ਲੇਕਿਨ ਜਦੋਂ ਪੈਂਟੀਕੋਸਟ ਉੱਤੇ ਆਇਆ, ਹੁਣ ਉਹਨਾਂ ਨੂੰ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਵਿੱਚ ਧਿਆਨ ਨਹੀਂ ਰਿਹਾ, ਉਹਨਾਂ ਦਾ ਧਿਆਨ ਰਿਹਾ ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਨੀ And in the ਹੈ। beginning, their mind was like a fleshly minded. They were just thinking. Peter was worried, oh, who's going to sit there? Who's going to sit next to you? Or they're complaining or gossips. Those little things were taking place before. But when the Pentecost came, and now their only worry was how we can serve the Lord. How can we save souls for Christ? ਸੋ ਆਓ ਦੇਖੀਏ ਉਹ ਪਹਿਲਾ ਅਸਰ ਜਿਹੜਾ ਉਹਨਾਂ ਦੇ ਮਾਈਂਡ ਤੇ ਪਿਆ ਪਵਿੱਤਰ ਆਤਮਾ ਦੀ ਹਜ਼ੂਰੀ ਦਾ। ਦੇਖਾਂਗੇ ਰੋਮਨਸ ਦੀ ਕਿਤਾਬ, ਉਹਦਾ 8ਵਾਂ ਚੈਪਟਰ ਤੇ 6ਵਾਂ ਤੇ 7ਵਾਂ ਵਰਸ ਪੜਾਂਗੇ ਪੰਜਾਬੀ ਦੇ ਵਿੱਚ। Amen. ਹਾਂਜੀ। ਸਰੀਰਕ ਸੁਭਾਅ ਦਾ ਅਰਥ ਹੈ ਮੌਤ, ਆਤਮਿਕ ਹੋਣ ਦਾ ਅਰਥ ਹੈ ਜੀਵਨ ਅਤੇ ਸ਼ਾਂਤੀ। ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ, ਉਹ ਉਸ ਦੇ ਨੇਮ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ। ਹਾਂ, ਯਾਨੀ ਕਿ ਸਰੀਰਿਕ ਸੁਭਾਅ, ਯਾਨੀ ਕਿ ਉਹ ਉਹਨਾਂ ਦਾ ਕਾਰਨਲ ਮਾਈਂਡ ਜਿਹੜਾ ਸੀਗਾ ਉਹ ਖਤਮ ਹੋ ਗਿਆ। ਰੂਹਾਨੀ ਮਸੀਹ ਦਾ ਮਨ ਉਹਨਾਂ ਨੇ ਪ੍ਰਾਪਤ ਕੀਤਾ ਤੇ ਉਹਦੇ ਨਾਲ ਪ੍ਰਭੂ ਦੀ ਮਹਿਮਾ ਕੀਤੀ। And that means like that fleshly mind that they had, that fleshly mind was gone, and now they were Christ-minded, so they received that new way of being.
ਪ੍ਰਭੂ ਦੇ ਭੈਣੋ, ਪੁਰਾਣਾ ਨੇਮ ਭਰਿਆ ਪਿਆ ਆ। ਜਿਹੜੇ ਪਰਮੇਸ਼ਰ ਦੇ ਸੇਵਕ ਹੋਏ ਸੀ, ਉਹਨਾਂ ਦੀਆਂ ਕਮਜ਼ੋਰੀਆਂ ਦੇ ਨਾਲ, ਉਹਨਾਂ ਦੀਆਂ ਗਲਤੀਆਂ ਦੇ ਨਾਲ, ਉਹਨਾਂ ਦੇ ਪਾਪਾਂ ਦੇ ਨਾਲ। ਇੱਥੋਂ ਤੱਕ ਕਰਕੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਸੇਵਾ ਕੀਤੀ ਸੀ 3.5 ਸਾਲ, ਉਦੋਂ ਵੀ ਆਪਾਂ ਪਤਰਸ ਦੀਆਂ ਕਮਜ਼ੋਰੀਆਂ ਦੇਖੀਆਂ। ਪਤਰਸ ਨੇ ਕਿਸ ਤਰ੍ਹਾਂ ਪ੍ਰਭੂ ਨੂੰ ਡਿਨਾਈ ਕਰ ਦਿੱਤਾ ਕਿ ਕਿਸ ਤਰ੍ਹਾਂ ਉਹ ਆਪਣੇ ਕੰਮਾਂ ਤੇ ਚਲੇ ਗਏ। ਲੇਕਿਨ ਪੈਂਟੇਕੋਸਟ ਤੋਂ ਬਾਅਦ ਨਾ ਤੁਹਾਨੂੰ ਕੋਈ ਉਹਨਾਂ ਦੀ ਕਮਜ਼ੋਰੀ ਨਜ਼ਰ ਆਉਂਦੀ ਹੈ, ਨਾ ਤੁਹਾਨੂੰ ਕੋਈ ਉਹਨਾਂ ਦਾ ਪਾਪ ਨਜ਼ਰ ਆਉਂਦਾ, ਨਾ ਤੁਹਾਨੂੰ ਕੋਈ ਉਹਨਾਂ ਦੀ ਗਲਤੀ ਨਜ਼ਰ ਆਉਂਦੀ। ਕਿਉਂ? ਕਿਉਂਕਿ ਹੁਣ ਪਵਿੱਤਰ ਆਤਮਾ ਦੇ ਨਾਲ ਛੂਏ ਗਏ ਸੀ। And in the Old Testament, you will see a lot of servants of God. Even you'll see a lot of weaknesses, their sins, their faults. Even Peter, he denied at that time to Lord Jesus, and they went back to their jobs again. But after the day of Pentecost, when that happened, after that you don't see any weaknesses, nothing, no faults. They were all worried to just work for the Lord. ਸੋ ਪ੍ਰਭੂ ਦੇ ਭੈਣੋ, ਦੂਸਰੇ ਨੰਬਰ ਤੇ ਆਪਾਂ ਦੇਖਾਂਗੇ ਕਿ ਪਵਿੱਤਰ ਆਤਮਾ ਦਾ ਕਿਹੜਾ ਅਸਰ ਉਹਨਾਂ ਉੱਤੇ ਪਿਆ। ਪਹਿਲੇ ਨੰਬਰ ਤੇ ਦੇਖਿਆ ਕਿ ਪਵਿੱਤਰ ਆਤਮਾ ਦੀ ਹਜ਼ੂਰੀ ਦਾ ਪੈਂਟੇਕੋਸਟ ਦਾ ਅਸਰ ਉਹਨਾਂ ਦੇ ਮਨ ਤੇ ਪਿਆ। ਦੂਸਰੇ ਨੰਬਰ ਤੇ ਦੇਖਾਂਗੇ ਪੈਂਟੇਕੋਸਟ ਦਾ ਅਸਰ, ਪਵਿੱਤਰ ਆਤਮਾ ਦੀ ਹਜ਼ੂਰੀ ਦਾ ਅਸਰ ਉਹਨਾਂ ਦੇ ਦਿਲ ਤੇ ਪਿਆ। And the first thing we saw that the effect of the Holy Spirit happened on their minds and thoughts. Now we're gonna see that it happened on their hearts as well. ਸੋ ਚੇਲਿਆਂ ਦੇ ਕਰਤੱਵ ਦੇ ਵਿੱਚ 15ਵੇਂ ਚੈਪਟਰ ਦੇ ਵਿੱਚ ਆਪਾਂ 8ਵਾਂ 9ਵਾਂ ਵਰਸ ਪੜਾਂਗੇ ਤੇ ਉਹਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਪਵਿੱਤਰ ਆਤਮਾ ਦਿਲਾਂ ਤੇ ਵੀ ਆਪਣਾ ਅਸਰ ਛੱਡ ਦਿੰਦਾ ਆ। And we're going to read now book of Acts chapter 15 verse 8 and 9 that how Holy Spirit leaves their effect on our hearts. ਚੇਲਿਆਂ ਦੇ ਕਰਤੱਵ 15ਵੇਂ ਚੈਪਟਰ ਦੇ ਵਿੱਚ ਐਸੀ ਬਰਕਤ ਲਿਖੀ ਹੋਈ ਆ ਪਵਿੱਤਰ ਆਤਮਾ ਦੀ ਹਜ਼ੂਰੀ ਦੇ ਆਉਣ ਦੀ ਕਿ ਜਦੋਂ ਉਹਨਾਂ ਦੇ ਜਿਹੜੇ ਦਿਲ ਸੀਗੇ ਪਹਿਲਾਂ ਗੁੱਸੇ ਦੇ ਨਾਲ, ਗਿਲੇ ਦੇ ਨਾਲ, ਬਿਟਰਨੈਸ ਦੇ ਨਾਲ ਭਰੇ ਹੋਏ ਸੀ, ਲੇਕਿਨ ਪਵਿੱਤਰ ਆਤਮਾ ਦੇ ਆਉਣ ਦੇ ਨਾਲ, ਉਹਦੇ ਛੂਹ ਦੇ ਆਉਣ ਦੇ ਨਾਲ ਪਵਿੱਤਰ ਆਤਮਾ ਨੇ ਉਹਨਾਂ ਦੇ ਦਿਲ ਬਿਲਕੁਲ ਪਵਿੱਤਰ ਕਰ ਦਿੱਤੇ, ਬਿਲਕੁਲ ਸਾਫ਼ ਕਰ ਦਿੱਤੇ। And we're going to see how when Holy Spirit came, their hearts were all clean, because before they were filled with anger, with bitterness, with complaints, but once the Holy Spirit came, their hearts were all clean. ਚੇਲਿਆਂ ਦੇ ਕਰਤੱਵ 15ਵਾਂ ਚੈਪਟਰ ਉਹਦਾ 8ਵਾਂ ਤੇ 9ਵਾਂ ਵਰਸ ਦੇਖਾਂਗੇ। ਜੀ ਹਾਂ, ਦਿਲਾਂ ਦੇ ਜਾਣੂ ਪਰਮੇਸ਼ਰ ਨੇ ਸਾਡੇ ਵਾਂਗੂ ਹੀ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਸਵੀਕ੍ਰਿਤ ਕੀਤਾ ਹੈ। ਉਸ ਨੇ ਸਾਡੇ ਅਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਮਨ ਸ਼ੁੱਧ ਕੀਤੇ ਹਨ। ਹਾਂ, ਇਹ ਜਿਹੜਾ ਵਰਡ ਮਨ ਆਂਦਾ ਹੈ ਇੱਥੇ ਦਿਲ ਦੀ ਗੱਲ ਹੋ ਰਹੀ ਆ। ਵਿਸ਼ਵਾਸ ਦੁਆਰਾ ਉਹਨਾਂ ਦੇ ਦਿਲ ਜਿਹੜੇ ਨੇ ਉਹ ਸ਼ੁੱਧ ਕੀਤੇ ਗਏ ਨੇ ਪਵਿੱਤਰ ਆਤਮਾ ਦੀ ਹਜ਼ੂਰੀ ਨਾਲ। Through faith, their heart has been purified with the presence of the Holy Spirit. ਪ੍ਰਭੂ ਦੇ ਭੈਣੋ, ਆਪਣਾ ਈਮਾਨ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਉੱਤੇ ਹੈ। Brothers and sisters, our faith is on the blood of Lord Jesus Christ. ਆਪਾਂ ਹਮੇਸ਼ਾ ਸੋਚਦੇ ਹਾਂ, ਆਪਾਂ ਹਮੇਸ਼ਾ ਪੜ੍ਹਦੇ ਹਾਂ ਕਿ ਪਵਿੱਤਰ ਆਤਮਾ ਦਾ ਜਿਹੜਾ ਕੰਮ ਹੈ ਬੰਦੇ ਦੇ ਦਿਲ ਤੇ ਹੁੰਦਾ ਆ, ਲੇਕਿਨ ਤੁਹਾਨੂੰ ਪਤਾ ਹੈ ਕਿ ਜਦੋਂ ਆਪਣਾ ਫੇਥ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਉੱਤੇ ਹੁੰਦਾ ਆ, ਉਸ ਲਹੂ ਦੇ ਵਿੱਚੋਂ ਪਰਮੇਸ਼ਰ ਦੀ ਹਜ਼ੂਰੀ ਆ ਕੇ ਆਪਣੇ ਦਿਲਾਂ ਨੂੰ ਛੂੰਹਦੀ ਆ ਤੇ ਆਪਣੇ ਦਿਲ ਨੂੰ ਪਵਿੱਤਰ ਕਰਦੀ ਹੈ। And we always read that the Holy Spirit, that it touches our heart, but through faith, when we through the blood of Jesus Christ and through faith is that our hearts are touched and cleansed and blessed. ਉਹਨਾਂ ਦੇ ਦਿਲ ਦੇ ਵਿੱਚੋਂ ਸਾਰੀ ਬਿਟਰਨੈਸ ਚਲੀ ਗਈ, ਉਹਨਾਂ ਦੇ ਦਿਲ ਦੇ ਵਿੱਚੋਂ ਸਾਰੀ ਰਿਬੈਲੀਅਨ ਚਲੀ ਗਈ, ਉਹਨਾਂ ਦੇ ਦਿਲ ਦੇ ਵਿੱਚੋਂ ਜੋ ਕੁਝ ਵੀ ਜਿਹੜਾ ਵੀ ਅੰਧ ਵਿਸ਼ਵਾਸ ਸੀਗਾ, ਅਨਬਲੀਫ ਸੀਗਾ, ਉਹ ਸਾਰਾ ਚਲਿਆ ਗਿਆ। ਪਵਿੱਤਰ ਆਤਮਾ ਦੀ ਹਜ਼ੂਰੀ ਨੇ, ਅੱਗ ਨੇ ਉਹਨਾਂ ਦੇ ਦਿਲ ਨੂੰ ਪਵਿੱਤਰ ਕਰ ਦਿੱਤਾ। And all the bitterness had left their hearts, all the rebellion or unbelief, they all left their hearts, and the presence of the Holy Spirit made the hearts pure. ਉਹਨਾਂ ਦੇ ਦਿਲ ਪਵਿੱਤਰ ਆਤਮਾ ਦੀ ਅੱਗ ਦੇ ਨਾਲ, ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਥਾਈਂ, ਪਵਿੱਤਰ ਆਤਮਾ ਦੀ ਹਜ਼ੂਰੀ ਦੇ ਥਾਈਂ ਉਹਨਾਂ ਦੇ ਦਿਲ ਜਿਹੜੇ ਨੇ ਉਹ ਪਵਿੱਤਰ ਕੀਤੇ ਗਏ ਤਾਂ ਕਿ ਉਹ ਪਰਮੇਸ਼ਰ ਦੇ ਨਾਲ ਫੈਲੋਸ਼ਿਪ ਕਰ ਸਕਣ, ਕਮਿਊਨੀਅਨ ਕਰ ਸਕਣ। And their hearts were being cleansed through the blood of Jesus Christ, through the fire of the Holy Spirit, so they can come and serve the Lord. ਉਹਨਾਂ ਦੇ ਦਿਲਾਂ ਤੇ ਐਸੀ ਪਵਿੱਤਰ ਆਤਮਾ ਦੀ ਹਵਾ ਵਗਣ ਲੱਗੀ ਜਿਨ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਲਗਾਤਾਰ ਰੂਹ ਦੇ ਨਾਲ ਭਰੀ ਹੋਈ ਸੀ। ਇੱਕ ਨਮੂਨਾ ਬਣ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਸਾਰੀ ਦੁਨੀਆ ਨੂੰ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦਾ ਨਾਮ ਪਹੁੰਚਾਇਆ। ਉਹਨਾਂ ਦੇ ਜੀਵਨ ਤੇ ਜਿਹੜਾ ਮਕਸਦ ਸੀਗਾ ਪਰਮੇਸ਼ਰ ਦਾ ਉਹ ਪੂਰਾ ਹੋਇਆ। And the wind of the Holy Spirit was flowing through their heart, on their heart, such a way they lived their lives as an example, and the purpose of the Lord Jesus were fulfilled in their lives.
ਪ੍ਰਭੂ ਦੇ ਭੈਣੋ ਤੁਹਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਵੀ ਇੱਕ ਮਕਸਦ Do you know, brothers and sisters, that your life too has a purpose? ਤੁਹਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਸਿਰਫ ਆਹੀ ਮਕਸਦ ਨਹੀਂਗਾ ਕਿ ਪੈਸਾ ਕਮਾਉਣਾ ਤੇ ਪੈਸਿਆਂ ਦੇ ਨਾਲ ਆਪਣੇ ਬੈਂਕ ਭਰਨੇ ਜਾਂ ਆਪਣੀਆਂ ਜੇਬਾਂ ਭਰਨੀਆਂ, ਅੱਛੇ ਘਰ, ਅੱਛੀ ਗੱਡੀਆਂ, ਅੱਛੇ ਕੱਪੜੇ, ਜ਼ਬਰਦਸਤ ਪਰਿਵਾਰ ਨੂੰ, ਸਿਰਫ ਆਹੀ ਮਕਸਦ ਨਹੀਂਗਾ। ਇੱਕ ਮਕਸਦ ਹੈ ਹਰ ਇੱਕ ਜ਼ਿੰਦਗੀ ਦਾ ਜਿਹੜਾ ਪਰਮੇਸ਼ਰ ਨੇ ਤਿਆਰ ਕੀਤਾ ਹੋਇਆ ਆ ਤੁਹਾਡੇ ਵਾਸਤੇ, ਇੱਕ ਪਰਪਸ ਤਿਆਰ ਕੀਤਾ ਹੋਇਆ ਆ। ਪ੍ਰਭੂ ਦੇ ਭੈਣੋ ਉਹ ਮਕਸਦ ਆਪਾਂ ਹਰ ਇੱਕ ਨੇ ਪੂਰਾ ਕਰਨਾ ਆ, ਆਪਾਂ ਨੂੰ ਪੂਰਾ ਕਰਨਾ ਚਾਹੀਦਾ ਆ, ਕਿਉਂਕਿ ਇੱਕ ਦਿਨ ਆਪਾਂ ਆਪਣਾ ਹਿਸਾਬ ਕਿਤਾਬ ਰੱਬ ਦੇ ਸਾਹਮਣੇ ਦੇਵਾਂਗੇ। ਤਾਂ ਹੀ ਪਵਿੱਤਰ ਆਤਮਾ ਭੇਜਿਆ ਗਿਆ ਹੈ ਤਾਂ ਕਿ ਉਹ ਆਪਣੇ ਮਕਸਦ ਦੇ ਵਿੱਚ ਪੂਰਾ ਹੋਣ ਦੇ ਵਿੱਚ ਮਦਦ ਕਰ ਸਕੇ। And brothers and sisters, it's not the only maqsad of our life to make money or buy good cars, buy houses, buy good clothes. No, there's another purpose in our life as well, which is a bigger purpose, which we all should try our best to complete it. And one day we have to give accounts in front of the Lord. That's why the Holy Spirit has been sent to help us to fulfill our purpose. ਮੈਂ ਵੀ ਪੰਜਾਬੀ ਦੇ ਵਿੱਚ ਮਕਸਦ ਬੋਲੀ ਜਾਣਾ ਆ ਤੇ ਸੂਜ਼ੀ ਵੀ ਇੰਗਲਿਸ਼ ਦੇ ਵਿੱਚ ਮਕਸਦ ਬੋਲੀ ਜਾਂਦੀ। ਮੈਂ ਕਿਹਾ ਵੀ ਸ਼ਾਇਦ ਕੋਈ ਨਵਾਂ ਲਫ਼ਜ਼ ਹੈਗਾ ਆ, ਕੋਈ ਨਵੀਂ ਟ੍ਰਾਂਸਲੇਸ਼ਨ ਆਈ ਹੈਗੀ ਆ ਵੀ ਪਰਪਸ ਦੀ ਗੱਲ ਹੋ ਰਹੀ ਹੈ। Purpose, amen. ਸੋ ਪ੍ਰਭੂ ਦੇ ਭੈਣੋ ਆਪਾਂ ਪਹਿਲੇ ਨੰਬਰ ਤੇ ਦੇਖਿਆ ਕਿ ਪਵਿੱਤਰ ਆਤਮਾ ਦਾ ਛੂ ਉਹਨਾਂ ਦੇ ਸੋਚਾਂ ਤੇ ਆਇਆ, ਉਹਦੇ ਮਨ ਤੇ ਆਇਆ। ਦੂਜੇ ਨੰਬਰ ਤੇ ਦੇਖਿਆ ਕਿ ਪਵਿੱਤਰ ਆਤਮਾ ਦਾ ਛੂ ਅਫੈਕਟ ਪਵਿੱਤਰ ਆਤਮਾ ਦਾ ਉਹਨਾਂ ਦੇ ਦਿਲ ਤੇ ਆਇਆ। ਹੁਣ ਤੀਸਰੇ ਨੰਬਰ ਤੇ ਦੇਖਾਂਗੇ ਕਿ ਪਵਿੱਤਰ ਆਤਮਾ ਦਾ ਅਫੈਕਟ ਉਹਨਾਂ ਦੀ ਜ਼ੁਬਾਨ ਤੇ ਵੀ ਆਇਆ। We have seen that the effect of the Holy Spirit came on their minds and their thoughts. And number 2, we saw the effect of the Holy Spirit was on their hearts. And now number 3, we're going to see the effect of the Holy Spirit was also on their tongues. ਜਿਨ੍ਹਾਂ ਦੇ ਮਨ ਬਦਲ ਜਾਂਦੇ ਨੇ ਉਹਨਾਂ ਦੇ ਦਿਲ ਵੀ ਬਦਲ ਜਾਂਦੇ ਨੇ ਤੇ ਉਹਨਾਂ ਦਾ ਬੋਲਣਾ ਵੀ ਬਦਲ ਜਾਂਦਾ ਹੈ, ਉਹਨਾਂ ਦੀ ਜ਼ੁਬਾਨ ਵੀ If ਬਦਲ their ਜਾਂਦੀ ਹੈ। minds has been changed, their hearts has been changed as well, then their speaking, their talks, their tongue has been changed as well. ਪ੍ਰਭੂ ਦੇ ਭੈਣੋ ਜੇ ਕਿਸੇ ਦੀ ਜ਼ੁਬਾਨ ਨਹੀਂ ਨਾ ਬਦਲੀ, ਇਹਦਾ ਮਤਲਬ ਹਜੇ ਉਹਨਾਂ ਦੇ ਮਨ ਵੀ ਨਹੀਂ ਬਦਲੇ। And if, brothers and sisters, their speaking, their tongues hasn't changed, then it also means that their hearts hasn't been changed yet either. ਭਾਵੇਂ ਜਿੰਨਾ ਮਰਜ਼ੀ ਸਾਲਾ ਮਾਰੀ ਜਾਣ ਉਹ, ਲੇਕਿਨ ਜੇ ਜ਼ੁਬਾਨ ਨਹੀਂ ਬਦਲੀ ਤੇ ਕੁਝ ਵੀ ਕਰ ਲਓ ਪ੍ਰਭੂ ਦੇ ਭੈਣੋ, ਉਹਨਾਂ ਦੇ ਮਨ ਹਜੇ ਨਹੀਂ ਬਦਲੇ। And no matter what they're trying to do or whatever they're saying, but if their tongues hasn't been changed, that really means that their heart hasn't been changed either. ਚੇਲੇ ਪਹਿਲਾਂ ਡਰੇ ਹੋਏ ਸੀਗੇ। The disciples were very afraid before. ਚੇਲਿਆਂ ਦੇ ਪਹਿਲਾਂ ਉਹਨਾਂ ਦੀ ਜ਼ੁਬਾਨ ਵੀ ਨਹੀਂ ਖੁੱਲਦੀ They ਸੀ, couldn't even open their mouths before. ਉਹ ਬੋਲ ਤੱਕ ਨਹੀਂ ਸਕਦੇ ਸੀਗੇ ਡਰ They ਕੇ। couldn't go at front and speak at all. ਕਈ ਸ਼ਾਈ ਸੁਭਾਅ ਦੇ A ਸੀਗੇ। lot of them were kind of shy. ਲੇਕਿਨ ਪ੍ਰਭੂ ਦੇ ਭੈਣੋ ਜਦੋਂ ਪਵਿੱਤਰ ਆਤਮਾ ਦਾ ਛੂ ਉਹਨਾਂ ਤੇ ਆਇਆ, When the Holy Spirit's touch came upon them, ਉਹਨਾਂ ਦੀ ਜ਼ੁਬਾਨ ਖੁੱਲ ਗਈ, ਜ਼ੁਬਾਨ ਬਦਲ ਗਈ ਤੇ ਇਸ ਜ਼ੁਬਾਨ ਦੇ ਨਾਲ ਉਹ ਪ੍ਰਭੂ ਦਾ ਨਾਮ and ਉਚਾਰਨ then their tongues were open, their mouth was open, and with that mouth they were praising the Lord mightily. ਇਹ ਇੱਕ ਨਵੀਂ ਸ਼ਕਤੀ ਹੈ ਜੋ ਰੈਸੂਰੈਕਸ਼ਨ ਦੀ ਸਾਨੂੰ ਦਿੱਤੀ ਗਈ ਹੈ। And this is a new power of resurrection that has been given to us. ਤੇ ਇਹ ਨਵੀਂ ਰੂਹਾਨੀ ਸ਼ਕਤੀ ਦੇ ਵਾਸਤੇ ਗੋਸਪਲ ਜਿਹੜਾ ਪ੍ਰੀਚ ਕਰਦੇ ਆ ਆਪਾਂ, ਪ੍ਰਭੂ ਯਿਸੂ ਮਸੀਹ ਦਾ ਜੀ ਉਠਣਾ ਪ੍ਰਚਾਰ ਕਰਦੇ ਆ, ਇਸ ਰੈਸੂਰੈਕਸ਼ਨ ਦੀ ਖਬਰ ਨਿਊਜ਼ ਪ੍ਰੋਕਲੇਮ ਕਰਨ ਦੇ ਵਾਸਤੇ ਸਾਡੀ ਜ਼ੁਬਾਨ ਦੇ ਵਿੱਚ ਉਹ ਸ਼ਕਤੀ ਚਾਹੀਦੀ ਆ, ਉਹ ਬੋਲਡਨੈਸ ਚਾਹੀਦੀ ਆ ਜਿਹੜੀ ਪੈਂਟੀਕੋਸਟ ਵਾਲੇ ਦਿਨ ਆਈ। And to go and preach the word of God out there, this is a new power that was given to them. It is given to us that our tongues has been open, our mouth has been open, so we can go out there with that power and with that boldness, go out there and preach the word of God. ਉਹਨਾਂ ਦੇ ਪ੍ਰਭੂ ਤੇ ਭੈਣੋ ਜ਼ੁਬਾਨ ਤੇ ਪਰਮੇਸ਼ਰ ਦੀ ਰੂਹ ਦਾ ਛੂ ਆਇਆ। And on their tongues they received the power and the touch of the Holy Spirit. ਤੇ ਤੁਹਾਨੂੰ ਪਤਾ ਆ ਕਿ ਬੰਦੇ ਦੀ ਭੁੱਖ ਤੇ ਪਿਆਸ ਉਹਦੀ ਜ਼ੁਬਾਨ ਨਾਲ ਜੁੜੀ Do ਹੋਈ ਹੈ। you know that the person's hunger and thirst is related to their tongues? ਜਦੋਂ ਪਰਮੇਸ਼ਰ ਦੀ ਰੂਹ ਦਾ ਛੂ ਉਹਨਾਂ ਦੇ ਜ਼ੁਬਾਨ ਤੇ ਆਇਆ, ਉਹਨਾਂ ਦੀ ਭੁੱਖ ਤੇ ਪਿਆਸ ਖੁੱਲ ਗਈ। And when the touch of the Holy Spirit came upon their tongue, on them at that time, the tongue was open, the mouth was open at the time. ਇਸ ਤਰ੍ਹਾਂ ਦੁਆ ਕਰਨ ਲੱਗੇ ਜਿੱਦਾਂ ਪਹਿਲਾਂ ਕਦੇ And ਕੀਤੀ they ਨਹੀਂ were ਸੀ। praying like never before.
ਇਸ ਤਰ੍ਹਾਂ ਪਰਮੇਸ਼ਰ ਨੂੰ ਭਾਲਣ ਲੱਗੇ ਜਿੱਦਾਂ ਉਹਨਾਂ ਨੇ ਪਹਿਲਾਂ ਕਦੇ ਰੱਬ ਨੂੰ They were ਭਾਲਿਆ ਹੀ ਨਹੀਂ। seeking God the way they never did before. ਇਸ ਤਰ੍ਹਾਂ ਉਹਦੀ ਇਬਾਦਤ ਕਰਨ ਲੱਗੇ, ਇਸ ਤਰ੍ਹਾਂ ਉਹਦੇ ਵਾਸਤੇ ਜੀਣ ਲੱਗੇ, ਉਹਦਾ ਪ੍ਰਚਾਰ ਕਰਨ ਲੱਗੇ ਜਿੱਦਾਂ ਪਹਿਲਾਂ ਕਦੇ ਕੀਤਾ ਹੀ ਨਹੀਂ। ਕਿਉਂ? ਰੱਬ ਦੀ ਭੁੱਖ ਪਿਆਸ ਆ। They started to worship the Lord in such a way, they lived for the Lord in such a way. Why? Because the hunger and thirst started to happen. ਉਹਨਾਂ ਦੇ ਜੀਵਨ ਜਿਹੜੇ ਸੀਗੇ ਉਹਨਾਂ ਦੇ ਉਹ ਪਰਮੇਸ਼ਰ ਦੇ ਰੂਹਾਨੀ ਸੰਤੁਸ਼ਟਤਾ ਦੇ ਨਾਲ ਭਰੇ। And their spiritual life was fulfilled at that time when they were hungry and thirsty. ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚ ਮਤੀ ਦਾ 5ਵਾਂ ਚੈਪਟਰ ਦੇਖਾਂਗੇ, ਉਹਦਾ 6ਵਾਂ ਵਰਸ ਪੜਾਂਗੇ ਆਪਾਂ। Matthew chapter 5 verse 6 we're going to read. ਇਸ ਵਚਨ ਦੇ ਵਿੱਚ ਕਿੰਨੀ ਵੱਡੀ ਬਰਕਤ ਵਾਲੀ ਗੱਲ ਲਿਖੀ And ਹੋਈ there's such a blessing written in this word of God. ਆਓ ਦੇਖੀਏ ਕੀ ਕਹਿੰਦਾ ਹੈ ਪਰਮੇਸ਼ਰ ਦਾ ਵਚਨ। ਸੰਤ ਮਤੀ ਉਹਦਾ 5ਵੇਂ ਦਾ 6ਵਾਂ ਵਰਸ ਦੇਖਾਂਗੇ ਜੀ। ਧੰਨ ਉਹ ਲੋਕ ਹਨ ਜਿਹੜੇ ਸਚਾਈ ਦੇ ਭੁੱਖੇ ਤੇ ਤਿਹਾਏ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰੇਗਾ। ਤ੍ਰਿਪਤ ਕਰੇਗਾ ਪਰਮੇਸ਼ਰ ਉਹਨਾਂ They will ਨੂੰ। be satisfied, says the word of God. ਲੇਕਿਨ ਭੁੱਖ ਪਿਆਸ ਕਿੱਦਾਂ ਲੱਗਦੀ ਆ ਪਰਮੇਸ਼ਰ ਦੀ? Then how can we get the hunger and thirst of the Lord? ਜੇ ਪਰਮੇਸ਼ਰ ਦਾ ਛੂ ਹੀ ਉਹਨਾਂ ਤੇ ਨਾ If ਹੋਵੇ। there's no touch of the Holy Spirit upon them. ਪ੍ਰਭੂ ਤੇ ਭੈਣੋ, ਪੈਂਟੇਕੋਸਟ ਵਾਲੇ ਦਿਨ ਪਵਿੱਤਰ ਆਤਮਾ ਦਾ ਛੂ ਆ ਕੇ ਸਭ ਤੋਂ ਪਹਿਲਾਂ ਤੁਹਾਡੇ ਮਨ ਨੂੰ ਛੂੰਦਾ ਆ, ਫਿਰ ਤੁਹਾਡੇ ਦਿਲ ਨੂੰ ਛੂੰਦਾ ਆ, ਫਿਰ ਤੁਹਾਡੀ ਜ਼ਬਾਨ ਨੂੰ ਛੂੰਦਾ ਆ, ਫਿਰ ਤੁਹਾਡੀ ਭੁੱਖ ਪਿਆਸ ਨੂੰ ਛੂੰਦਾ ਆ ਤੇ ਤੁਹਾਡੀ ਭੁੱਖ ਪਿਆਸ ਹੋਰ ਤਾਜ਼ਾ ਹੋ ਜਾਂਦੀ ਆ ਤੇ ਰੱਬ ਦੀ ਰੂਹ ਨਾਲ ਤੁਸੀਂ ਹੋਰ ਭਰ ਜਾਂਦੇ ਹੋ। And brothers and sisters, at the day of the Pentecost, and even us who have received the Holy Spirit, first it touches our minds and thoughts, then it touches our heart, then it touches our tongue, then it touches our hunger and thirst, so then we are even more ready to serve the Lord. ਇਸ ਛੂ ਦੇ ਨਾਲ ਉਹਨਾਂ ਦੇ ਜੀਵਨ ਇੰਨੇ ਦਲੇਰ ਹੋ ਗਏ, ਇੰਨੇ ਕਰਜਸ ਹੋ ਗਏ, ਉਹ ਰੂਹ ਦੇ ਵਿੱਚ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ, ਕੋਈ ਡਰ ਨਹੀਂ ਸੀ। ਜਿਹੜਾ ਮਰਜ਼ੀ ਉਹਨਾਂ ਦੀ ਮੁਖਾਲਫਤ ਕਰ ਲਏ, ਆਪੋਜੀਸ਼ਨ ਕੋਈ ਵੀ ਹੋਵੇ ਉਹਨਾਂ ਦੇ ਸਾਹਮਣੇ, ਦੁਸ਼ਮਣ ਕੋਈ ਵੀ ਹੋਵੇ ਉਹਨਾਂ ਦੇ ਸਾਹਮਣੇ, ਲੇਕਿਨ ਉਹਨਾਂ ਨੇ ਹਾਰ ਨਹੀਂ ਮੰਨੀ, ਲਗਾਤਾਰ ਅੱਗੇ ਵੱਧਦੇ ਗਏ, ਪ੍ਰਭੂ ਦਾ ਨਾਮ ਪ੍ਰਚਾਰ ਕਰਦੇ ਗਏ ਤੇ ਆਪਣੇ ਜੀਵਨ ਦਾ ਜਿਹੜਾ ਮਕਸਦ ਹੈ ਉਹ ਪੂਰਾ ਕਰਦੇ ਗਏ। And at that time, they were bold. They were just going forward in the Spirit. They had the boldness in the Spirit when they were hungry and thirsty. And it didn't matter to them who was their enemy. It didn't matter to them who was at front of them. They just went and preached the word of God. They did not stop at any cost. ਚੇਲਿਆਂ ਦੇ ਕਰਤੱਵ ਦੂਸਰੇ ਚੈਪਟਰ ਦੇ ਵਿੱਚ ਜੇ ਆਪਾਂ 7ਵੇਂ ਵਰਸ ਤੋਂ ਲੈ ਕੇ 12ਵੇਂ ਵਰਸ ਤੱਕ ਦੇਖੀਏ ਤੇ ਉਹਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਹੈ ਤੇ ਆਪਾਂ ਨੂੰ ਨਜ਼ਰ ਆਉਂਦਾ ਹੈ ਵੀ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਇੰਟਰਸਟ ਸੀਗਾ ਰੱਬ ਦੀਆਂ ਚੀਜ਼ਾਂ ਦੇ ਵਿੱਚ ਉਹ ਹੋਰ ਵਧਿਆ। And in the book of Acts chapter 2 verse 7 to 12 we can see how their interest in the things of the Lord was increasing. ਭਮਾ ਦੂਸਰੇ ਚੈਪਟਰ ਦੇ ਵਿੱਚ ਆਪਾਂ 13ਵੇਂ ਵਰਸ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦਾ ਹੈ ਭਮਾ ਲੋਕਾਂ ਨੇ ਮਖੌਲ ਉਡਾਉਣਾ ਸ਼ੁਰੂ ਕੀਤਾ, ਲੋਕਾਂ ਨੇ ਮੌਕਰੀ ਕਰਨੀ ਸ਼ੁਰੂ ਕੀਤੀ, ਲੋਕਾਂ ਨੇ ਪਸੰਦ ਨਹੀਂ ਸੀਗੇ, ਮਜ਼ਾਕ ਉਡਾ ਰਹੇ ਸੀਗੇ, ਲੇਕਿਨ ਫਿਰ ਵੀ ਉਹ ਚੀਜ਼ਾਂ ਨੇ, ਉਹ ਆਪੋਜੀਸ਼ਨ ਨੇ ਉਹਨਾਂ ਨੂੰ ਚੁੱਪ ਕਰਕੇ ਨਹੀਂ ਬਿਠਾਇਆ, ਬਲਕਿ ਉਹ ਦਲੇਰੀ ਦੇ ਨਾਲ ਪ੍ਰਭੂ ਦਾ ਨਾਮ ਪ੍ਰਚਾਰ ਕਰਦੇ। And furthermore we do see that a lot of people were mocking them. They were trying to stop them to do what they were doing, but all that opposition and all that mockery they did not do so they can stop doing the work of God, but they continue to do and preach the word of God. ਐਸੀ ਦਲੇਰੀ ਉਹਨਾਂ ਦੇ ਵਿੱਚ They got such a boldness of the Spirit. ਉਹਨਾਂ ਦੀਆਂ ਅੱਖਾਂ ਖੁੱਲ Their ਗਈਆਂ, eyes were opened, ਉਹਨਾਂ ਦੇ ਕੰਨ their ਖੁੱਲ ears ਗਏ, were opened, ਉਹਨਾਂ ਦੀ ਜ਼ਬਾਨ ਖੁੱਲ ਗਈ, tongues were opened, ਉਹਨਾਂ ਦੇ ਦਿਲ their ਖੁੱਲ ਗਏ, hearts were opened, ਉਹਨਾਂ ਦੀ ਰੂਹ the ਖੁੱਲ ਗਈ। Spirit was opened. ਉਹਨਾਂ ਨੇ ਇਸ ਤਰ੍ਹਾਂ ਪਰਮੇਸ਼ਰ ਦੇ ਵਾਸਤੇ ਆਪਣਾ ਜੀਵਨ ਬਤੀਤ ਕੀਤਾ ਜਿੱਦਾਂ ਪਹਿਲਾਂ ਕਦੇ ਸੋਚਿਆ ਵੀ ਨਹੀਂ And ਸੀ। they spent their lives for the Lord in such a way they never thought of doing it before. ਸਿਰਫ ਆਹੀ ਨਹੀਂ ਭਰਾਵੋ ਤੇ Not ਭੈਣੋ, only this, brothers and sisters, ਬਲਕਿ ਉਹਨਾਂ ਨੇ ਐਸਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਵਚਨ ਤੇ ਡਿਪੈਂਡ ਕਰਦਾ ਸੀ। they started to live a life that was totally according to the word of God.
ਉਹਨਾਂ ਨੂੰ ਪਤਾ ਚੱਲਿਆ ਕਿ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਵਾਅਦੇ ਕੀਤੇ ਹੋਏ ਸੀਗੇ ਕਿ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆ ਹੋਏਗਾ, ਤੁਹਾਡੀਆਂ ਜ਼ਿੰਦਗੀਆਂ 'ਚ ਉਹ ਹੋਏਗਾ। ਤੇ ਉਹਨਾਂ ਨੇ ਇੰਤਜ਼ਾਰ ਕਰਨਾ ਸ਼ੁਰੂ ਕਰਤਾ ਕਿ ਉਹ ਵਚਨ ਦੇ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਪੂਰੀਆਂ ਹੋਣ ਤੇ ਉਹ ਪੂਰੀਆਂ And they ਹੋਣਗੀਆਂ। started to notice all those promises that they were written in the Bible. It says, when the Holy Spirit comes upon you, this will happen, that will happen. So then they tried to wait upon the Holy Spirit. They tried to wait and see what the Holy Spirit's going to do through them. ਜੋਇਲ ਦੀ ਕਿਤਾਬ ਦੇ ਵਿੱਚ ਦੇਖਾਂਗੇ ਆਪਾਂ ਉਹਦੇ ਦੂਸਰੇ ਚੈਪਟਰ ਦੇ ਵਿੱਚ ਤੇ ਪੜਾਂਗੇ 28ਵੇਂ ਵਰਸ ਤੋਂ ਲੈ ਕੇ 32ਵੇਂ ਵਰਸ ਦੇ ਵਿੱਚ ਕਿਸ ਤਰ੍ਹਾਂ ਪ੍ਰੋਫੈਸੀ ਕੀਤੀ ਹੋਈ ਸੀਗੀ ਜੋਇਲ ਦੀ ਕਿਤਾਬ ਦੇ ਵਿੱਚ ਕਿ ਜਦੋਂ ਪਵਿੱਤਰ ਆਤਮਾ ਉਹਨਾਂ ਤੇ ਆਵੇਗਾ, ਜਦੋਂ ਪੈਂਟੇਕੋਸਟ ਵਾਲਾ ਦਿਨ ਉਹਨਾਂ ਤੇ ਆਏਗਾ ਕਿ ਉਹਨਾਂ ਦੀਆਂ ਜ਼ਿੰਦਗੀਆਂ 'ਚ ਕਿੱਦਾਂ ਦੀ ਬਰਕਤ And in the book of Joel chapter 2 verse 28 to 32 we read that there was a prophecy that happened there, that how when the Holy Spirit will come upon their life and how their lives will change. ਪੜਾਂਗੇ ਪਰਮੇਸ਼ਰ ਦੇ ਵਚਨ ਵਿੱਚੋਂ ਜੋਇਲ ਚੈਪਟਰ 2 ਵਰਸ 28 to 32 ਜੀ। ਇਸ ਦੇ ਪਿੱਛੋਂ ਮੈਂ ਆਪਣਾ ਆਤਮਾ ਹਰ ਇੱਕ ਉੱਤੇ ਘੱਲਾਂਗਾ ਤਾਂ ਤੁਹਾਡੇ ਪੁੱਤਰ ਤੇ ਧੀਆਂ ਅਗੰਮੀ ਵਾਕ ਕਰਨਗੇ, ਤੁਹਾਡੇ ਬੁੱਢੇ ਸੁਪਨੇ ਦੇਖਣਗੇ ਅਤੇ ਤੁਹਾਡੇ ਜਵਾਨ ਦਰਸ਼ਨ ਦੇਖਣਗੇ। ਉਸ ਸਮੇਂ ਮੈਂ ਤੁਹਾਡੇ ਦਾਸ ਤੇ ਦਾਸੀਆਂ ਉੱਤੇ ਵੀ ਆਪਣਾ ਆਤਮਾ ਡੋਲਾਂਗਾ। ਉਸ ਦਿਨ ਮੈਂ ਚੇਤਾਵਨੀ ਦੇਵਾਂਗਾ, ਆਕਾਸ਼ ਵਿੱਚ, ਧਰਤੀ ਉੱਤੇ ਅਤੇ ਕਈ ਥਾਂ ਖੂਨ ਡੁੱਲੇਗਾ ਅਤੇ ਅੱਗ ਲੱਗੇਗੀ ਅਤੇ ਧੂਏ ਦੇ ਬੱਦਲ ਉੱਠਣਗੇ। ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮੇ ਦਾ ਰੰਗ ਲਾਲ ਪੈ ਜਾਵੇਗਾ। ਇਹ ਸਭ ਪ੍ਰਭੂ ਦੇ ਉਸ ਵੱਡੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਹੋਵੇਗਾ। ਜੇ ਦੇਖਿਆ ਜਾਵੇ ਪਰਮੇਸ਼ਰ ਆਖਦਾ ਆ ਕਿ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਹੀ ਇਸਤੇਮਾਲ And in ਕਰਾਂਗਾ। a way, if we read it carefully, the Lord is saying that I will use your entire family. ਤੁਹਾਡੇ ਬੱਚਿਆਂ ਨੂੰ ਮੈਂ ਯੂਜ਼ Your ਕਰਾਂਗਾ, children will be used. ਤੁਹਾਡੇ ਬਜ਼ੁਰਗਾਂ ਨੂੰ ਮੈਂ I ਯੂਜ਼ ਕਰਾਂਗਾ, use the elderly as well. ਮੈਂ ਵਿਜ਼ਨ ਥਾਈਂ ਦੀ ਤੁਹਾਨੂੰ ਯੂਜ਼ ਕਰਾਂਗਾ, ਮੈਂ ਸੁਪਨਿਆਂ ਥਾਈਂ ਦੀ ਤੁਹਾਨੂੰ ਬਰਕਤ Through ਦੇਵਾਂਗਾ, dreams ਮੈਂ ਆਪਣਾ and ਆਸ਼ੀਰਵਾਦ through ਦੇਵਾਂਗਾ। visions and dreams, I will give you my blessings. ਪ੍ਰਭੂ ਯਿਸੂ ਮਸੀਹ ਜੀ ਨੇ ਵੀ ਆਖਿਆ ਸੀਗਾ ਕਿ ਜਿੱਥੇ 2 ਜਾਂ 3 ਜਣੇ ਮੇਰੇ ਨਾਮ 'ਚ ਇਕੱਤਰਿਤ ਹੋਣਗੇ ਮੈਂ ਉੱਥੇ ਮੌਜੂਦ ਹੋਵਾਂਗਾ। ਪੁਰਾਣੇ ਨੇਮ ਦੇ ਵਿੱਚ ਵੀ ਕਿਹਾ ਗਿਆ ਸੀ ਤੇ ਮੈਂ ਤੇ ਮੇਰਾ ਘਰਾਨਾ ਪਰਮੇਸ਼ਰ ਦੀ ਹੀ ਸੇਵਾ ਕਰਾਂਗੇ। And in Lord Jesus as well said, where 2 or 3 are gathered in my name, there I am. And even in the Old Testament, we see it says that me and my household will serve you, Lord. ਜਾਨੀ ਕਿ ਪਰਮੇਸ਼ਰ ਨੇ ਘਰਾਨੇ ਚੁਣ ਲਏ ਆਪਣੀ ਮਹਿਮਾ ਦੇ That ਵਾਸਤੇ। means that Lord has chosen the families, the entire families, to glorify His name. ਪ੍ਰਭੂ ਤੇ ਭੈਣੋ ਹਰ ਇੱਕ ਵਿਸ਼ਵਾਸੀ ਚੁਣਿਆ ਹੋਇਆ ਆ, ਹਰ ਇੱਕ ਘਰਾਨਾ ਵਿਸ਼ਵਾਸੀਆਂ ਦਾ ਚੁਣਿਆ ਹੋਇਆ ਆ। ਜਿਹੜਾ ਵੀ ਚਾਹੇ ਪਰਮੇਸ਼ਰ ਦੀ ਮਹਿਮਾ ਕਰਨ ਵਾਸਤੇ ਪਰਮੇਸ਼ਰ ਤਿਆਰ ਆ ਆਪਣਾ ਮਸਾ ਉਹਨਾਂ ਨੂੰ ਦੇਣ ਦੇ ਵਾਸਤੇ ਤੇ ਉਹਨਾਂ ਨੂੰ ਇਸਤੇਮਾਲ ਕਰਨ ਦੇ ਵਾਸਤੇ ਰੱਬ ਦੀ ਮਹਿਮਾ ਦੇ Brothers ਵਾਸਤੇ। and sisters, every believer is a chosen one. Their households are chosen. Whoever is ready to serve the Lord is ready to use them for His glory. ਇੱਕ ਹੋਰ ਅਸਰ ਜਿਹੜਾ ਪਵਿੱਤਰ ਆਤਮਾ ਦਾ ਉਹਨਾਂ ਦੀ ਜ਼ਿੰਦਗੀ ਤੇ ਹੋਇਆ, There's one more effect that happened of the Holy Spirit on their lives. ਉਹਨਾਂ ਦੇ ਉੱਤੇ ਪਵਿੱਤਰ ਭੁੱਲਣਾ ਆ ਗਿਆ। And on them, there was a way of forgetting, a holy forgetting. ਮੈਂ ਆਖਾਂਗਾ holy forgetfulness। We will say it as a holy forgetfulness. ਜਾਣੀ ਕਿ ਪਵਿੱਤਰ ਆਤਮਾ ਦੇ ਛੂ ਤੋਂ ਬਿਨਾ ਕੋਈ ਪੁਰਾਣੀਆਂ ਚੀਜ਼ਾਂ ਭੁੱਲ ਵੀ ਨਹੀਂ ਸਕਦਾ। And that means that without the help of a Holy Spirit, without the touch of the Holy Spirit, nobody can forget the past. ਬਹੁਤ ਸਾਰੇ ਭੈਣ ਭਰਾ ਜਿਹੜੇ ਨੇ ਪ੍ਰਭੂ ਚ ਆ ਜਾਂਦੇ ਨੇ ਲੇਕਿਨ ਉਹਨਾਂ ਨੂੰ ਬਾਅਦ ਦੇ ਵਿੱਚ ਭੁੱਲਣਾ ਮੁਸ਼ਕਲ ਹੋ ਜਾਂਦਾ ਆ। ਲੋਕਾਂ ਦੇ ਪਾਪ ਭੁੱਲਣੇ ਮੁਸ਼ਕਲ ਹੋ ਜਾਂਦੇ ਨੇ, ਘਰ ਦੇ ਪਾਪ ਭੁੱਲਣੇ ਮੁਸ਼ਕਲ ਹੋ ਜਾਂਦੇ ਨੇ, ਉਹਨਾਂ ਦੇ ਆਪਣੇ ਪਾਪ ਭੁੱਲਣੇ ਮੁਸ਼ਕਲ ਹੋ ਜਾਂਦੇ ਨੇ, ਉਹ ਲੋਕਾਂ ਦੀਆਂ ਗਲਤੀਆਂ ਭੁੱਲਣੀਆਂ ਮੁਸ਼ਕਲ ਹੋ ਜਾਂਦੀਆਂ ਨੇ। ਲੇਕਿਨ ਪ੍ਰਭੂ ਦੇ ਪਹਿਲਾਂ ਜਦੋਂ ਪਵਿੱਤਰ ਆਤਮਾ ਦਾ ਇੱਕ ਛੂ ਆਉਂਦਾ ਆ, ਪਰਮੇਸ਼ਰ ਤੁਹਾਨੂੰ ਸਿਰਫ ਆਹੀ ਹਿੰਮਤ ਨਹੀਂ ਦਿੰਦਾ ਵੀ ਤੁਸੀਂ ਉਹਨਾਂ ਨੂੰ ਮਾਫ ਕਰੋ, ਬਲਕਿ ਤੁਹਾਡੇ ਉੱਤੇ ਹੋਲੀ forgetfulness ਆ And ਜਾਂਦਾ। lot of time the brothers and sisters, when they come to the Lord, they accept Lord Jesus as their Savior and everything, but sometimes it's very hard for them to forget their own past or the past of others or the past mistakes of them or the other past mistakes. It gets really hard. But when the Holy Spirit comes, not only we get filled and we forget it, but I would say the holy forgetfulness comes upon us. ਪਵਿੱਤਰ ਆਤਮਾ ਦੇ ਆਉਣ ਦੇ ਦਿਨ, ਪੈਂਟੇਕੋਸਟ ਵਾਲੇ ਆਉਣ ਦੇ ਦਿਨ ਤੋਂ ਬਾਅਦ ਚੇਲਿਆਂ ਦੀ ਜ਼ਿੰਦਗੀਆਂ ਨੂੰ ਪੜ੍ਹ ਕੇ
ਉਹਨਾਂ ਤੇ ਧਿਆਨ ਦੇ ਕੇ ਜਿਹੜਾ ਇੱਕ ਕੰਕਲੂਜਨ ਨਿਕਲਦਾ ਆ ਉਹ ਇਹ ਹੈ And after the day of Pentecostal, and when we study the lives of the disciples, so there's one conclusion that we get from that. ਹਮੇਸ਼ਾ ਪਵਿੱਤਰ ਆਤਮਾ ਤੇ ਨਿਰਭਰ ਰਹੋ Always be dependent of the Holy Spirit. ਉਹਨਾਂ ਦੀ ਜ਼ਿੰਦਗੀ ਪਵਿੱਤਰ ਆਤਮਾ ਦੇ ਉੱਤੇ ਨਿਰਭਰ ਰਹੀ ਲਗਾਤਾਰ Their lives was always depending on the Holy Spirit continuously. ਕੀ ਤੁਹਾਡੀ ਜ਼ਿੰਦਗੀ ਪਵਿੱਤਰ ਆਤਮਾ ਤੇ ਡਿਪੈਂਡ ਕਰਦੀ ਹੈ Is your life depending on the Holy Spirit? ਕੀ ਤੁਹਾਡਾ ਉੱਠਣਾ ਬੈਠਣਾ ਪਵਿੱਤਰ ਆਤਮਾ ਤੇ ਡਿਪੈਂਡ Is ਕਰਦਾ your ਹੈ sitting, standing, everything is depending on the Holy Spirit? ਕੀ ਤੁਸੀਂ ਲਗਾਤਾਰ ਪਵਿੱਤਰ ਆਤਮਾ ਦੇ ਨਾਲ ਸੰਗਤੀ ਬਣਾਈ ਰੱਖੀ ਹੋਈ ਹੈ Are you having a continuous fellowship with the Holy Spirit? ਕਿਉਂਕਿ ਪ੍ਰਭੂ ਦੇ ਭੈਣੋ ਪੈਂਟੀਕੋਸਟ ਦਾ ਖਾਸ ਮਕਸਦ ਇਹ ਸੀ ਵੀ ਇਨਸਾਨ ਜਿਹੜਾ ਆ ਉਹ ਰੱਬ ਦੇ ਨਾਲ ਸੰਗਤੀ ਬਣਾਏ And ਰੱਖੇ brothers and sisters, the main purpose of the Pentecost was that the human being can have a continuous fellowship with the Lord. ਤਾਂ ਕਿ ਜਦੋਂ ਇਨਸਾਨ ਕੋਈ ਡਿਸੀਜਨ ਉਠਾਉਂਦਾ ਆ ਕੋਈ ਚੀਜ਼ ਡਿਸਾਈਡ ਕਰਦਾ ਆ ਉਸ ਡਿਸੀਜਨ ਦੇ ਵਿੱਚ ਪਵਿੱਤਰ ਆਤਮਾ ਦਾ ਦਾਖਲਾ ਹੋਵੇ ਪਵਿੱਤਰ ਆਤਮਾ ਤੁਹਾਨੂੰ ਲੀਡ ਕਰੇ ਤੁਹਾਨੂੰ ਗਾਈਡ ਕਰੇ ਤਾਂ ਕਿ ਤੁਸੀਂ ਜਿਹੜਾ ਡਿਸੀਜਨ ਬਣਾਵੋ ਗਲਤ ਨਾ ਬਣਾਵੋ ਬਲਕਿ ਸਹੀ ਬਣਾਵੋ And so that if you make a decision of some sort, that the Holy Spirit will be present there, so that you don't make wrong decisions, you make the decision according to the will of Holy Spirit. ਜਦੋਂ ਇਨਸਾਨ ਕੋਈ ਗਲਤ ਡਿਸੀਜਨ ਬਣਾ ਲੈਂਦਾ ਆ ਹਫਤੇ 'ਚ 1-2 ਗਲਤ ਡਿਸੀਜਨ ਹੋ ਗਏ ਮਹੀਨੇ 'ਚ 10-15 ਗਲਤ ਡਿਸੀਜਨ ਹੋ ਗਏ ਸਾਲ ਦੇ ਵਿੱਚ 20-30 ਡਿਸੀਜਨ ਗਲਤ ਹੋ ਗਏ ਉਹਦੇ ਨਾਲ ਕੀ ਹੁੰਦਾ ਉਹਦੀ ਜ਼ਿੰਦਗੀ ਜਿਹੜੀ ਆ ਉਹ ਪ੍ਰਭੂ ਤੇ ਪੈਣੋਂ ਫੇਲ ਹੋ ਜਾਂਦੀ ਹੈ And when sometimes we make the person makes a wrong decision in a day, maybe couple, in a month, maybe few more, in a year, even more so, then the life of that person starts to fail because they're going on wrong decisions. ਲੇਕਿਨ ਪੈਂਟੀਕੋਸਟ ਤੋਂ ਬਾਅਦ ਜਦੋਂ ਪਵਿੱਤਰ ਆਤਮਾ ਉਹਨਾਂ ਉੱਤੇ ਆਇਆ ਹੁਣ ਉਹਨਾਂ ਦੇ ਡਿਸੀਜਨ ਜਿਹੜੇ ਸੀ ਉਹ ਕਰੈਕਟ ਬਣਦੇ ਸੀ ਸਹੀ ਬਣਦੇ ਸੀ ਤੇ ਜਦੋਂ ਉਹ ਸਾਰੇ ਡਿਸੀਜਨ ਸਹੀ ਬਣਦੇ ਸੀ ਤੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਰੱਬ ਦੀ ਸਕਸੈਸ ਆਣੀ ਸ਼ੁਰੂ ਹੋਈ ਰੱਬ ਦੀ ਬਰਕਤ ਤੇ ਰੱਬ ਦਾ ਆਸ਼ੀਰਵਾਦ ਆਣਾ ਸ਼ੁਰੂ ਹੋਇਆ And after the day of Pentecost, when they started to make any decision with the help of the Holy Spirit, they start to make a correct decisions with the will of the Holy Spirit, then the success started to come in their life, blessings started to come on their life. ਪ੍ਰਭੂ ਤੇ ਭੈਣੋ ਇਹ ਪਵਿੱਤਰ ਆਤਮਾ ਦਾ ਆਣਾ ਤੁਹਾਡੀਆਂ ਜ਼ਿੰਦਗੀਆਂ ਦੇ ਵਾਸਤੇ ਬਹੁਤ ਬਰਕਤ ਵਾਲਾ ਹੋਵੇਗਾ Brothers and sisters, the coming of the Holy Spirit on your lives, it's a blessing. ਪਰਮੇਸ਼ਰ ਦਾ ਚਾਨਣ ਤੁਹਾਡੇ ਉੱਤੇ ਚਮਕੇਗਾ May the light of the Holy Spirit of God Father will shine upon you. ਪਰਮੇਸ਼ਰ ਤੁਹਾਡੇ ਬੱਚਿਆਂ ਨੂੰ ਇਸਤੇਮਾਲ ਕਰੇਗਾ ਤੁਹਾਡੇ ਮਾਂ-ਬਾਪ ਨੂੰ ਇਸਤੇਮਾਲ ਕਰੇਗਾ ਭੈਣ ਭਰਾਵਾਂ ਨੂੰ ਇਸਤੇਮਾਲ ਕਰੇਗਾ ਪਰਮੇਸ਼ਰ ਆਪਣੀ ਮਹਿਮਾ ਦੇ ਵਾਸਤੇ ਤੁਹਾਨੂੰ ਯੂਜ਼ ਕਰੇਗਾ God will use you for His glory, your children for His glory, your parents for His glory, your entire family for His glory. ਰੱਬ ਦੀ ਹਜ਼ੂਰੀ ਦੇ ਵਿੱਚ ਬਣੇ ਰਹੀਏ Let's stay in the presence of the Lord. ਰੱਬ ਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਭਰਦੇ Let's ਰਹੀਏ continue to fill ourselves with the presence of the Lord. ਆਓ ਦੁਆ ਕਰਾਂਗੇ Let's pray. ਅੱਖਾਂ ਬੰਦ ਕਰਕੇ ਆਪਣੇ ਹੱਥ ਚੁੱਕ ਲਈਏ Let's close our eyes and lift up our hand. ਜੇ ਆਪਣੇ ਦਿਲ ਤੇ ਹੱਥ ਰੱਖਣਾ ਚਾਹੁੰਦੇ ਹੋ ਦਿਲ ਤੇ ਹੱਥ If ਰੱਖ you want ਸਕਦੇ to ਹੋ put your hand on your heart, please do so. ਪਰਮੇਸ਼ਰ ਪਿਤਾ ਮੈਂ ਅੱਜ ਇੱਕ ਭੈਣ ਭਰਾ ਦੇ ਲਈ ਤੁਹਾਡੀ ਬਰਕਤ ਚਾਹੁੰਦਾ Lord Father, I want your blessings upon every brother and sister today. ਮੇਰੀ ਬੇਨਤੀ ਆ ਕਿ ਤੁਹਾਡਾ ਛੂ ਇੱਕ ਉੱਤੇ ਉਤਰੇ May your touch come on every single brother and sister. ਹਰ ਇੱਕ ਮਨ ਉੱਤੇ ਤੁਹਾਡਾ ਛੂ ਆ ਜਾਵੇ ਹਰ ਇੱਕ ਜ਼ੁਬਾਨ ਉੱਤੇ ਤੁਹਾਡਾ ਛੂ ਆ ਜਾਵੇ ਹਰ ਇੱਕ ਦਿਲ ਉੱਤੇ ਤੁਹਾਡਾ ਛੂ ਆ May ਜਾਵੇ your touch come on every mind, every heart, and every tongue, Lord. ਹਰ ਇੱਕ ਭੈਣ ਭਰਾ ਹਰ ਇੱਕ ਪਰਿਵਾਰ ਦੀ ਜ਼ਿੰਦਗੀ ਤੁਹਾਡੀ ਪਵਿੱਤਰ ਹਜ਼ੂਰੀ ਨਾਲ ਭਰ ਜਾਵੇ May every life of every person and every family with the presence of the Lord. ਪਵਿੱਤਰ ਆਤਮਾ ਸਾਡੀ ਮਦਦ ਕਰੋ Help us, Holy Spirit, ਤਾਂ ਕਿ ਅਸੀਂ ਆਪਣੀਆਂ ਅੱਖਾਂ ਇਸ ਧਰਤੀ ਤੇ ਧਰਤੀ ਦੀਆਂ ਚੀਜ਼ਾਂ ਤੋਂ ਚੁੱਕ ਕੇ ਸਵਰਗ ਤੇ ਸਵਰਗ ਦੀਆਂ ਚੀਜ਼ਾਂ ਤੇ ਲਾਈਏ help us, Holy Spirit, so we can remove our eyes from this world and worldly things, but we can put our eyes on you and in heaven and heavenly things.
ਸਾਡੀ ਮਦਦ ਕਰੋ ਪਵਿੱਤਰ ਆਤਮਾ ਤਾਂ ਕਿ ਅਸੀਂ ਆਪਣੇ ਧਨ ਧਰਤੀ ਤੇ ਨਾ ਜੋੜੀਏ ਬਲਕਿ ਅਸੀਂ ਸਵਰਗ ਦੇ ਵਿੱਚ ਆਪਣਾ ਧਨ ਜੋੜ ਸਕੀਏ Help us, Holy Spirit, so we are not worrying in getting our finances and things together here on this earth, but on the blessings of heavens. ਪਵਿੱਤਰ ਆਤਮਾ ਜੀ ਸਾਡੀ ਮਦਦ ਕਰੋ ਤਾਂ ਕਿ ਅਸੀਂ ਪਰਮੇਸ਼ਰ ਪਿਤਾ ਦਾ ਮਕਸਦ ਜੋ ਸਾਡੀ ਜ਼ਿੰਦਗੀ ਤੇ ਹੈ ਉਹ ਪੂਰਾ ਕਰ Holy ਸਕੀਏ Spirit, please help us so the purpose that is on our life of Holy Spirit that can be fulfilled by your help. ਐਸ ਪੈਂਟੀਕੋਸਟ ਤੇ ਮੈਂ ਹਰ ਇੱਕ ਭੈਣ ਦੇ ਲਈ ਹਰ ਇੱਕ ਭਰਾ ਦੇ ਲਈ ਹਰ ਇੱਕ ਪਰਿਵਾਰ ਦੇ ਲਈ ਤੁਹਾਡਾ ਆਸ਼ੀਰਵਾਦ ਮੰਗਦਾ ਹਾਂ On this Pentecost, I ask for your blessings on every brother and every sister. ਯਿਸੂ ਮਸੀਹ ਦੇ In ਨਾਮ the ਵਿੱਚ name of Jesus. ਕਿ ਪਰਮੇਸ਼ਰ ਪਿਤਾ ਦਾ With ਪਿਆਰ the love of Father, ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੇ the ਮਿਹਰ grace and mercy of Lord Jesus Christ, ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ and the ਹੋਵੇ fellowship of the Holy Spirit be with all of you, ਹਮੇਸ਼ਾ ਹਮੇਸ਼ਾ ਵਾਸਤੇ always and forever. ਆਮੇਨ Amen. Amen. ਜੈ ਮਸੀਹ ਦੀ ਸਾਰੇ God bless you all. Amen.